ਅਗਰ ਤੁਸੀਂ ਇਸ ਆਡੀਓ ਬੁੱਕ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਲਾਹ ਦਿਆਂਗਾ ਕਿ ਕਿਸੇ ਸ਼ਾਂਤ ਜਗ੍ਹਾ 'ਤੇ ਬੈਠ ਜਾਓ ਔਰ ਆਪਣੇ ਹੈੱਡਫੋਨ ਦੇ ਨਾਲ ਇਸ ਨੂੰ ਸੁਣੋ। ਅੱਜ ਅਸੀਂ ਚੈਪਟਰ 2 ਦੇ ਬਾਰੇ ਵਿੱਚ ਗੱਲ ਕਰਾਂਗੇ, ਜਿਸ ਦੇ ਵਿੱਚ ਆਤਮ ਅਨੁਸ਼ਾਸਨ ਔਰ ਚਰਿੱਤਰ ਬਾਰੇ ਦੱਸਿਆ ਹੈ। ਅਗਰ ਸੰਭਵ ਹੋਵੇ ਤਾਂ ਤੁਸੀਂ ਇੱਕ ਡਾਇਰੀ ਜਾਂ ਖਾਲੀ ਪੇਪਰ ਔਰ ਇੱਕ ਪੈਨ ਲੈ ਕੇ ਬੈਠ ਜਾਓ, ਕਿਉਂਕਿ ਇਸ ਆਡੀਓ ਬੁੱਕ ਵਿੱਚ ਤੁਹਾਡੇ ਲਈ ਐਕਟੀਵਿਟੀਜ਼ ਵੀ ਜੋੜੀਆਂ ਗਈਆਂ ਹੈ। ਚਲੋ ਆਜੋ ਆਪਾਂ ਹੁਣ ਚੱਲੀਏ ਇੱਕ ਹੋਰ ਨਵੀਂ ਲਰਨਿੰਗ 'ਤੇ। ਰੈਲਫ ਵਾਲਡੋ ਐਮਰਸਨ ਨੇ ਲਿਖਿਆ ਸੀ, ਤੁਹਾਡੇ ਕੀਤੇ ਹੋਏ ਕੰਮ ਇੰਨੀ ਤੇਜ਼ ਆਵਾਜ਼ ਵਿੱਚ ਬੋਲਦੇ ਹਨ ਕਿ ਮੈਨੂੰ ਤੁਹਾਡਾ ਕਿਹਾ ਹੋਇਆ ਇੱਕ ਵੀ ਸ਼ਬਦ ਸੁਣਾਈ ਨਹੀਂ ਦਿੰਦਾ। ਤੁਸੀਂ ਅੱਜ ਜੋ ਵੀ ਹੋ, ਯਾਨੀ ਕਿ ਤੁਹਾਡਾ ਮੂਲ ਚਰਿੱਤਰ, ਉਹ ਤੁਹਾਡੇ ਜੀਵਨ ਭਰ ਦੇ ਲਏ ਗਏ ਨਿਰਣੈ ਅਤੇ ਸਿਲੈਕਸ਼ਨ ਦਾ ਮਹਾਯੋਗ ਹੈ। ਚਰਿੱਤਰਵਾਨ ਮਨੁੱਖ ਵਿੱਚ ਬਹੁਤ ਸਾਰੇ ਸਦਗੁਣ ਹੁੰਦੇ ਹਨ। ਚਰਿੱਤਰ ਦੀ ਸ਼ਕਤੀ ਔਰ ਗਹਿਰਾਈ ਦੇ ਸੰਦਰਭ ਵਿੱਚ ਸਭ ਤੋਂ ਜ਼ਰੂਰੀ ਸਦਗੁਣ ਹੈ ਸੱਤਿਆ ਨਿਸ਼ਠਾ। ਸੱਤਿਆ ਨਿਸ਼ਠਾ ਦਾ ਭਾਵ ਹੈ ਖੁਦ ਔਰ ਦੂਜਿਆਂ ਦੇ ਨਾਲ ਪੂਰੀ ਤਰ੍ਹਾਂ ਸੱਚ ਦੇ ਰਾਹ 'ਤੇ ਚੱਲਣਾ। ਤੁਹਾਡੀ ਸੱਤਿਆ ਨਿਸ਼ਠਾ ਦੇ ਸਤਰ ਤੋਂ ਤੁਹਾਡੀ ਚਰਿੱਤਰ ਗੁਣਵੱਤਾ ਦਾ ਜਿੰਨਾ ਜ਼ਿਆਦਾ ਪਤਾ ਲੱਗਦਾ ਹੈ, ਓਨਾ ਕਿਸੇ ਹੋਰ ਗੁਣ ਤੋਂ ਨਹੀਂ। ਚਰਿੱਤਰ ਦਾ ਟੈਸਟ। ਜਦੋਂ ਤੁਸੀਂ ਦਬਾਅ ਵਿੱਚ ਹੁੰਦੇ ਹੋ, ਜਿਸ ਵੇਲੇ ਤੁਹਾਨੂੰ ਇਹ ਜਾਂ ਉਹ ਰਸਤਾ ਚੁਣਨਾ, ਕਿਸੇ ਸਦਗੁਣ ਦੇ ਅਨੁਸਾਰ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਉਸ ਵੇਲੇ ਤੁਹਾਡਾ ਸੱਚਾ ਚਰਿੱਤਰ ਪ੍ਰਗਟ ਹੁੰਦਾ ਹੈ। ਆਪਦੀ ਸੱਤਿਆ ਨਿਸ਼ਠਾ ਦੀ ਸੁਰੱਖਿਆ ਕਿਸੇ ਪਵਿੱਤਰ ਵਸਤੂ ਦੀ ਤਰ੍ਹਾਂ ਕਰੋ। ਤੁਹਾਡੇ ਮਸਤਕ ਦੀ ਸੱਤਿਆ ਨਿਸ਼ਠਾ ਜਿੰਨੀ ਪਵਿੱਤਰ ਕੋਈ ਦੂਜੀ ਵਸਤੂ ਹੈ ਹੀ ਨਹੀਂ। ਤੁਸੀਂ ਸਿਲੈਕਸ਼ਨ ਕਰਨ ਵਾਲੇ ਜੀਵ ਹੋ। ਹਰ ਪਲ ਤੁਸੀਂ ਉਸ ਨੂੰ ਚੁਣਦੇ ਹੋ ਜੋ ਤੁਹਾਨੂੰ ਜ਼ਿਆਦਾ ਇੰਪੋਰਟੈਂਟ ਜਾਂ ਜ਼ਿਆਦਾ ਕੀਮਤੀ ਲੱਗਦਾ ਹੈ। ਘੱਟ ਇੰਪੋਰਟੈਂਟ ਜਾਂ ਘੱਟ ਕੀਮਤੀ ਚੀਜ਼ਾਂ ਨੂੰ ਤੁਸੀਂ ਕਦੇ ਨਹੀਂ ਚੁਣਦੇ। ਜਦੋਂ ਤੁਸੀਂ ਘਟੀਆ ਦੇ ਬਜਾਏ ਵਧੀਆ ਸਦਗੁਣ ਚੁਣਦੇ ਹੋ, ਆਸਾਨ ਦੇ ਬਜਾਏ ਮੁਸ਼ਕਿਲ ਕੰਮ ਚੁਣਦੇ ਹੋ, ਗਲਤ ਦੇ ਬਜਾਏ ਸਹੀ ਚੀਜ਼ ਚੁਣਦੇ ਹੋ, ਉਸ ਵੇਲੇ ਤੁਹਾਡੀਆਂ ਨਜ਼ਰਾਂ 'ਚ ਤੁਹਾਡਾ ਕੱਦ ਵੱਡਾ ਹੋ ਜਾਂਦਾ ਹੈ। ਤੁਸੀਂ ਆਪਦੇ ਬਾਰੇ ਅੱਛਾ ਮਹਿਸੂਸ ਕਰਦੇ ਹੋ। ਤੁਹਾਡਾ ਆਤਮ ਸਨਮਾਨ ਵੱਧ ਜਾਂਦਾ ਹੈ। ਤੁਸੀਂ ਖੁਦ ਨੂੰ ਜ਼ਿਆਦਾ ਪਸੰਦ ਕਰਨ ਲੱਗ ਪੈਂਦੇ ਹੋ। ਤੁਹਾਨੂੰ ਆਪਦੇ ਆਪ 'ਤੇ ਗਰਵ ਹੁੰਦਾ ਹੈ। ਗੁਣਕਾਰੀ ਵਿਵਹਾਰ ਕਰਨ ਦੇ ਨਾਲ ਤੁਸੀਂ ਖੁਦ ਨੂੰ ਸ਼ਾਨਦਾਰ ਸਮਝਣ ਲੱਗ ਪੈਂਦੇ ਹੋ। ਇਹਦੇ ਨਾਲ ਤੁਹਾਡੇ ਆਸ-ਪਾਸ ਦੇ ਲੋਕ ਵੀ ਤੁਹਾਨੂੰ ਆਦਰ ਮਾਣ ਵਾਲੀ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਹਨ। ਤੁਹਾਡੇ ਲਈ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹੈ। ਲੋਕ ਤੁਹਾਡੀ ਸਹਾਇਤਾ ਲਈ ਅੱਗੇ ਆਉਂਦੇ ਹਨ। ਤੁਹਾਨੂੰ ਜ਼ਿਆਦਾ ਇਨਕਮ ਵੀ ਮਿਲਦੀ ਹੈ। ਤੁਹਾਡੀ ਤਰੱਕੀ ਵੀ ਹੁੰਦੀ ਹੈ। ਦੂਜੇ ਪਾਸੇ ਅਗਰ ਤੁਹਾਡੇ ਕੋਲ ਸਾਰੀ ਦੁਨੀਆ ਦੀ ਬੁੱਧੀਮਤਾ, ਯੋਗਤਾ ਔਰ ਸ਼ਮਤਾ ਹੈ, ਲੇਕਿਨ ਲੋਕਾਂ ਨੂੰ ਤੁਹਾਡੇ ਉੱਤੇ ਭਰੋਸਾ ਨਹੀਂ ਹੈ, ਤੇ ਤੁਸੀਂ ਕਦੇ ਅੱਗੇ ਨਹੀਂ ਵੱਧ ਪਾਓਗੇ। ਕੋਈ ਤੁਹਾਨੂੰ ਨੌਕਰੀ ਨਹੀਂ ਦੇਵੇਗਾ। ਅਗਰ ਦੇਵੇਗਾ ਵੀ ਤਾਂ ਜਲਦੀ ਹਟਾ ਦੇਵੇਗਾ। ਜੇਕਰ ਗੱਲ ਕਰੀਏ ਚਰਿੱਤਰ ਵਿਕਾਸ ਦੀ, ਤਾਂ ਸਾਡੇ ਸਮਾਜ ਦਾ ਸਾਰਾ ਵਿਕਾਸ ਬੱਚਿਆਂ ਦੇ ਚਰਿੱਤਰ ਦੇ ਵਿਕਾਸ ਨਾਲ ਸ਼ੁਰੂ ਹੁੰਦਾ ਹੈ। ਇਸ ਦਾ ਭਾਵ ਕਿ ਤੁਹਾਡੇ ਜੀਵਨ ਦੀ ਤਰੱਕੀ ਉਦੋਂ ਹੀ ਸ਼ੁਰੂ ਹੋ ਸਕਦੀ ਹੈ ਜਦੋਂ ਤੁਸੀਂ ਸਦਗੁਣ ਸਿੱਖਦੇ ਹੋ ਔਰ ਉਹਨਾਂ ਦਾ ਅਭਿਆਸ ਕਰਦੇ ਹੋ। ਸਦਗੁਣ ਸਿੱਖਣ ਦੇ 3 ਤਰੀਕੇ ਹਨ: ਨਿਰਦੇਸ਼, ਅਧਿਐਨ ਅਤੇ ਅਭਿਆਸ। ਬੱਚੇ ਹਮੇਸ਼ਾ ਤੁਹਾਨੂੰ ਫੋਲੋ ਕਰਦੇ ਹੈ। ਜਿਹੜੇ ਸਦਗੁਣ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ, ਉਹਦੇ ਨਾਲ ਜੋ ਤੁਸੀਂ ਕਰਦੇ ਹੋ ਉਸ ਨੂੰ ਵੀ ਦੇਖਦੇ ਹੈ। ਲੇਖਕ ਇੱਥੇ ਇੱਕ ਪਰਿਵਾਰ ਦੀ ਚਰਚਾ ਕਰਦੇ ਹੈ। ਰੋਕਫੈਲਰ ਪਰਿਵਾਰ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਰਥਿਕ ਜੀਵਨ ਮੁੱਲ ਸਿਖਾਏ ਗਏ ਸੀ। ਹਾਲਾਂਕਿ ਉਹਨਾਂ ਦੇ ਪਿਤਾ ਅਮਰੀਕਾ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ, ਲੇਕਿਨ ਬੱਚਿਆਂ ਨੂੰ ਜੇਬ ਖਰਚ ਲੈਣ ਲਈ ਕੰਮ ਕਰਨਾ ਪੈਂਦਾ ਸੀ। ਫਿਰ ਉਹਨਾਂ ਨੂੰ ਉਹ ਪੈਸਾ
ਖਰਚ ਕਰਨਾ ਸਿਖਾਇਆ ਜਾਂਦਾ ਸੀ। ਪੈਸੇ ਨੂੰ ਕਿਵੇਂ ਬਚਾਉਣਾ ਹੈ, ਕਿੰਨਾ ਦਾਨ ਕਰਨਾ ਹੈ ਔਰ ਕਿੰਨਾ ਪੈਸਾ ਇਨਵੈਸਟ ਕਰਨਾ ਹੈ, ਇਹ ਸਾਰਾ ਸਿਖਾਇਆ ਜਾਂਦਾ ਸੀ। ਰਿਜ਼ਲਟ ਇਹ ਹੋਇਆ ਕਿ ਬੱਚੇ ਅੱਗੇ ਚੱਲ ਕੇ ਸਫਲ ਵਿਵਸਾਈ ਔਰ ਰਾਜਨयिक ਬਣੇ। ਦੂਜੀ ਔਰ ਅਮੀਰ ਪਰਿਵਾਰ ਦੇ ਹੋਰ ਜ਼ਿਆਦਾਤਰ ਬੱਚਿਆਂ ਵਿੱਚ ਆਰਥਿਕ ਅਨੁਸ਼ਾਸਨ ਬਹੁਤ ਘੱਟ ਨਜ਼ਰ ਆਇਆ। ਤੁਸੀਂ ਜਿਹੜੇ ਸਦਗੁਣਾਂ ਦੀ ਵਡਿਆਈ ਕਰਦੇ ਹੋ ਉਹਨਾਂ ਬਾਰੇ ਸਟੱਡੀ ਕਰੋ। ਤੁਸੀਂ ਸਟੱਡੀ ਕਰਦੇ ਕਰਦੇ ਉਹਨਾਂ ਸਦਗੁਣਾਂ ਨੂੰ ਸਿੱਖ ਲੈਂਦੇ ਹੋ। ਇਕਾਗਰਤਾ ਦਾ ਨਿਯਮ ਇਹ ਕਹਿੰਦਾ ਹੈ ਕਿ ਤੁਸੀਂ ਜਿਸ 'ਤੇ ਵਿਚਾਰ ਕਰਦੇ ਹੋ ਉਹ ਤੁਹਾਡੇ ਜੀਵਨ 'ਚ ਵੱਧ ਜਾਂਦਾ ਹੈ। ਜਦੋਂ ਤੁਸੀਂ ਚੰਗੇ ਸਦਗੁਣਾਂ ਵਾਲੇ ਲੋਕਾਂ ਦੀ ਜੀਵਨੀ ਪੜ੍ਹਦੇ ਹੋ ਔਰ ਉਹਨਾਂ ਦੇ ਜੀਵਨ ਔਰ ਵਿਵਹਾਰ ਬਾਰੇ ਸੋਚਦੇ ਹੋ ਤਾਂ ਉਹ ਸਦਗੁਣ ਤੁਹਾਡੇ ਮਨ ਦੀ ਗਹਿਰਾਈ ਤੱਕ ਪਹੁੰਚ ਜਾਂਦੇ ਹੈ ਔਰ ਫਿਰ ਤੁਹਾਡੇ ਅਵਚੇਤਨ ਮਨ 'ਚ ਇਹਨਾਂ ਸਦਗੁਣਾਂ ਦੀ ਪ੍ਰੋਗਰਾਮਿੰਗ ਹੋ ਜਾਂਦੀ ਹੈ। ਫਿਰ ਤੁਹਾਡੀ ਲਾਈਫ ਵਿੱਚ ਉਹੋ ਜਿਹੀ ਕੰਡੀਸ਼ਨ ਆਉਂਦੀ ਹੈ ਤਾਂ ਤੁਸੀਂ ਆਪਣੇ ਆਪ ਉਹਨਾਂ ਸਦਗੁਣਾਂ ਦੇ ਅਨੁਸਾਰ ਵਿਵਹਾਰ ਕਰਨ ਲੱਗ ਜਾਂਦੇ ਹੋ। ਉਦਾਹਰਣ ਦੇ ਤੌਰ 'ਤੇ ਆਰਮੀ ਨੂੰ ਟ੍ਰੇਨਿੰਗ ਦਿੰਦੇ ਸਮੇਂ ਉਹਨਾਂ ਵਿੱਚ ਸਾਹਸ, ਆਗਿਆ ਪਾਲਨ, ਅਨੁਸ਼ਾਸਨ ਔਰ ਆਪਣੇ ਸਾਥੀਆਂ ਦੀ ਮਦਦ ਕਰਨ ਦੇ ਮਹੱਤਵ ਦੀਆਂ ਕਹਾਣੀਆਂ ਲਗਾਤਾਰ ਦੱਸੀਆਂ ਜਾਂਦੀਆਂ ਹਨ। ਇਹਨਾਂ ਕਹਾਣੀਆਂ ਨੂੰ ਉਹ ਜਿੰਨਾ ਜ਼ਿਆਦਾ ਸੁਣਦੇ ਹੈ ਔਰ ਜਿੰਨੀ ਜ਼ਿਆਦਾ ਗੱਲ ਕਰਦੇ ਹੈ ਓਨਾ ਜ਼ਿਆਦਾ ਗਹਿਰਾਈ ਨਾਲ ਉਹਨਾਂ ਦੇ ਅਵਚੇਤਨ 'ਚ ਉਤਰ ਜਾਂਦੀਆਂ ਹਨ। ਪ੍ਰੋਗਰਾਮਿੰਗ ਜਿੰਨੀ ਜ਼ਿਆਦਾ ਗਹਿਰੀ ਹੁੰਦੀ ਹੈ, ਵਾਸਤਵਿਕ ਯੁੱਧ ਦੇ ਦਬਾਅ 'ਚ ਉਹਨਾਂ ਜੀਵਨ ਮੂਲਿਆਂ ਦੇ ਅਨੁਰੂਪ ਵਿਵਹਾਰ ਕਰਨ ਦੀ ਓਨੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਅਗਰ ਤੁਸੀਂ ਕਿਸੇ ਦੀ ਸਭ ਤੋਂ ਵਧੀਆ ਵਡਿਆਈ ਕਰਨੀ ਹੋਵੇ ਤਾਂ ਸ਼ਾਇਦ ਇਹ ਹੋ ਸਕਦੀ ਹੈ ਕਿ ਉਹ ਹਮੇਸ਼ਾ ਸੱਚ ਬੋਲਦਾ ਹੈ ਜਾਂ ਸੱਚ ਬੋਲਦੀ ਹੈ। ਇੱਥੇ ਤੁਹਾਡੇ ਲਈ ਇੱਕ ਐਕਟੀਵਿਟੀ ਹੈ। ਜਿਵੇਂ ਮੈਂ ਤੁਹਾਨੂੰ ਇਸ ਆਡੀਓ ਬੁੱਕ ਦੇ ਸਟਾਰਟ ਵਿੱਚ ਦੱਸਿਆ ਸੀ ਕਿ ਇੱਕ ਡਾਇਰੀ ਜਾਂ ਖਾਲੀ ਪੇਪਰ ਔਰ ਪੈਨ ਲੈ ਕੇ ਬੈਠ ਜਾਓ, ਅਤੇ ਇਸ ਦੇ ਨਾਲ ਹੀ ਮੈਨੂੰ ਯਾਦ ਆ ਗਿਆ ਕਿ ਅਗਰ ਤੁਹਾਨੂੰ ਇਸ ਆਡੀਓ ਬੁੱਕ ਦੇ ਰਾਹੀਂ ਵੈਲਿਊ ਮਿਲਦੀ ਹੈ ਤਾਂ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਔਰ ਕਿਸੇ ਲੋੜਵੰਦ ਨਾਲ ਸ਼ੇਅਰ ਵੀ ਕਰ ਸਕਦੇ ਹੋ। ਹੁਣ ਆਪਾਂ ਵਾਪਿਸ ਚੈਪਟਰ 'ਤੇ ਆਉਂਦੇ ਹਾਂ। ਇੱਥੇ ਇੱਕ ਐਕਟੀਵਿਟੀ ਹੈ। ਤੁਸੀਂ ਉਹਨਾਂ ਲੋਕਾਂ ਨੂੰ ਦੇਖਣਾ ਹੈ ਜਿਨ੍ਹਾਂ ਦੀ ਤੁਸੀਂ ਸਭ ਤੋਂ ਜ਼ਿਆਦਾ ਵਡਿਆਈ ਕਰਦੇ ਹੋ। ਤੁਹਾਡਾ ਜ਼ਿਆਦਾਤਰ ਚਰਿੱਤਰ ਉਹਨਾਂ ਲੋਕਾਂ ਨਾਲ ਤੈਅ ਹੁੰਦਾ ਹੈ, ਫਿਰ ਚਾਹੇ ਉਹ ਲੋਕ ਇਸ ਦੁਨੀਆ ਵਿੱਚ ਪ੍ਰੈਜ਼ੈਂਟ ਹਨ ਜਾਂ ਨਹੀਂ। ਜਿਹੜੇ ਲੋਕਾਂ ਦੀ ਤੁਸੀਂ ਸਭ ਤੋਂ ਜ਼ਿਆਦਾ ਵਡਿਆਈ ਕਰਦੇ ਹੋ ਔਰ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਹੋ, ਉਹ ਕੌਣ ਹਨ? ਤੁਸੀਂ ਉਹਨਾਂ ਦੇ ਜੀਵਨ ਅਤੇ ਇਤਿਹਾਸ 'ਤੇ ਨਜ਼ਰ ਪਾ ਕੇ ਆਪਦੇ ਸਭ ਤੋਂ ਪ੍ਰਸ਼ੰਸਨੀय ਲੋਕਾਂ ਦੀ ਲਿਸਟ ਬਣਾਓ ਔਰ ਆਪਣੀ ਡਾਇਰੀ 'ਤੇ ਹੁਣੇ ਲਿਖ ਲਵੋ। ਫਿਰ ਹਰ ਇੱਕ ਦੇ ਨਾਮ ਅੱਗੇ ਆਪਦੇ ਹਿਸਾਬ ਨਾਲ ਉਹਨਾਂ ਦੇ ਸਭ ਤੋਂ ਮਹੱਤਵਪੂਰਨ ਸਦਗੁਣ ਲਿਖ ਲਵੋ। ਅਗਰ ਤੁਹਾਨੂੰ ਕਿਸੇ ਇੱਕ ਵਿਅਕਤੀ ਨਾਲ ਪੂਰਾ ਦਿਨ ਬਤੀਤ ਕਰਨ ਦਾ ਮੌਕਾ ਮਿਲੇ, ਫਿਰ ਚਾਹੇ ਉਹ ਇਸ ਦੁਨੀਆ ਵਿੱਚ ਹੈ ਜਾਂ ਨਹੀਂ, ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਤੁਸੀਂ ਉਸ ਵਿਅਕਤੀ ਨੂੰ ਹੀ ਕਿਉਂ ਚੁਣੋਗੇ? ਤੁਸੀਂ ਉਸ ਦੇ ਨਾਲ ਰਹਿੰਦੇ ਹੋਏ ਪੂਰਾ ਦਿਨ ਕਿਹੜੀਆਂ ਗੱਲਾਂ ਕਰੋਗੇ? ਤੁਸੀਂ ਉਸ ਨੂੰ ਕਿਹੜੇ ਸਵਾਲ ਪੁੱਛੋਗੇ? ਕੀ ਸਿੱਖਣਾ ਚਾਹੋਗੇ? ਅਤੇ ਤੁਸੀਂ ਇਸ ਗੱਲ 'ਤੇ ਵੀ ਵਿਚਾਰ ਕਰਿਓ, ਉਹ ਵਿਅਕਤੀ ਪੂਰਾ ਦਿਨ ਤੁਹਾਡੇ ਨਾਲ ਕਿਉਂ ਰਹਿਣਾ ਚਾਹੂਗਾ? ਤੁਸੀਂ ਆਪਦੇ ਵਿੱਚ ਇਹੋ ਜਿਹੇ ਕਿਹੜੇ ਗੁਣ ਵਿਕਸਿਤ ਕੀਤੇ ਹਨ ਜਿਹਦੇ ਕਰਕੇ ਤੁਸੀਂ ਇੰਪੋਰਟੈਂਟ ਅਤੇ ਰੋਚਕ ਪਰਸਨ ਹੋ? ਤੁਹਾਡੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਹਨ? ਕਿਹੜੀ ਚੀਜ਼ ਤੁਹਾਨੂੰ ਖਾਸ ਬਣਾਉਂਦੀ ਹੈ? ਇਸ ਐਕਟੀਵਿਟੀ ਬਾਰੇ ਤੁਸੀਂ ਆਪਣੇ ਥਾਟਸ ਕਮੈਂਟ ਵਿੱਚ ਸ਼ੇਅਰ ਕਰ ਸਕਦੇ ਹੋ। ਤੁਸੀਂ ਜਿਹੜੇ ਸਦਗੁਣਾਂ ਦੀ ਵਡਿਆਈ ਕਰਦੇ ਹੋ ਉਹਨਾਂ ਦਾ ਅਭਿਆਸ ਕਰਨ ਦੇ ਨਾਲ ਉਹ ਤੁਹਾਡੇ ਅੰਦਰ ਆ ਜਾਂਦੇ ਹਨ। ਜਿਵੇਂ ਕਿ ਰੋਮ ਦੇ ਸਮਦਰਸ਼ੀ ਦਾਰਸ਼ਨਿਕ ਐਪਿਕਟੀਟਸ ਨੇ ਕਿਹਾ ਹੈ, ਪਰਿਸਥਿਤੀਆਂ ਇਨਸਾਨ ਨੂੰ ਨਹੀਂ ਬਣਾਉਂਦੀਆਂ, ਉਹ ਤਾਂ ਕੇਵਲ ਉਸ ਦਾ ਅਸਲੀ ਸਵਰੂਪ ਉਸ ਦੇ ਸਾਹਮਣੇ ਪ੍ਰਗਟ ਕਰਦੀਆਂ ਹਨ। ਚਰਿੱਤਰ ਦੇ ਮਨੋਵਿਗਿਆਨ ਦੇ ਅਨੁਸਾਰ ਤੁਹਾਡੇ ਵਿਅਕਤੀਤਵ ਵਿੱਚ 3 ਹਿੱਸੇ ਸ਼ਾਮਿਲ ਹੁੰਦੇ ਹਨ: ਆਤਮ ਆਦਰਸ਼,
ਆਤਮ ਛਵੀ ਔਰ ਆਤਮ ਸਨਮਾਨ। ਤੁਹਾਡਾ ਆਤਮ ਆਦਰਸ਼ ਉਹਨਾਂ ਜੀਵਨ ਮੂਲਿਆਂ ਨਾਲ ਬਣਦਾ ਹੈ ਜਿਹੜੇ ਜੀਵਨ ਮੂਲਿਆਂ ਦੀ ਤੁਸੀਂ ਦੂਜਿਆਂ ਵਿੱਚ ਸਭ ਤੋਂ ਜ਼ਿਆਦਾ ਕਦਰ ਕਰਦੇ ਹੋ ਅਤੇ ਜਿਨ੍ਹਾਂ ਨੂੰ ਤੁਸੀਂ ਆਪਦੇ ਆਪ 'ਚ ਦੇਖਣਾ ਚਾਹੁੰਦੇ ਹੋ। ਆਤਮ ਆਦਰਸ਼ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਸਪਸ਼ਟਤਾ। ਸ਼੍ਰੇਸ਼ਠ ਲੋਕ ਉਹ ਹੁੰਦੇ ਨੇ ਜਿਨ੍ਹਾਂ ਨੂੰ ਪੂਰੀ ਸਪਸ਼ਟਤਾ ਜਾਂ ਕਲੈਰਿਟੀ ਹੁੰਦੀ ਹੈ ਕਿ ਉਹਨਾਂ ਦਾ ਵਾਸਤਵਿਕ ਸਰੂਪ ਕੀ ਹੈ, ਉਹਨਾਂ ਦੀ ਮਾਨਤਾ ਅਤੇ ਵਿਸ਼ਵਾਸ ਕੀ ਹੈ। ਦੂਜੇ ਪਾਸੇ ਕਮਜ਼ੋਰ ਅਤੇ ਢੁਲਮੁਲ ਲੋਕਾਂ ਦੇ ਜੀਵਨ ਮੁੱਲ ਕਮਜ਼ੋਰ ਅਤੇ ਧੁੰਦਲੇ ਹੁੰਦੇ ਹਨ, ਸਪਸ਼ਟ ਨਹੀਂ ਹੁੰਦੇ। ਬਾਇਓਲੋਜੀ ਵਿੱਚ ਜੀਵਾਂ ਨੂੰ ਕੁਝ ਇਸ ਤਰੀਕੇ ਨਾਲ ਵੰਡਿਆ ਹੋਇਆ ਹੈ ਜਿਹਦੇ ਵਿੱਚ ਸਭ ਤੋਂ ਸਰਲ, ਫਿਰ ਉਸ ਤੋਂ ਜਟਿਲ, ਫਿਰ ਉਸ ਤੋਂ ਵੀ ਜਟਿਲ ਔਰ ਅੰਤ ਵਿੱਚ ਸਭ ਤੋਂ ਜਟਿਲ ਜੀਵ ਨੂੰ ਰੱਖਿਆ ਹੈ। ਸਭ ਤੋਂ ਥੱਲੇ ਇੱਕ ਕੋਸ਼ਿਕਾ ਪਲੈਂਕਟਨ ਅਤੇ ਸਭ ਤੋਂ ਉੱਤੇ ਸਭ ਤੋਂ ਜਟਿਲ ਜੀਵ ਯਾਨੀ ਕਿ ਮਨੁੱਖ। ਇਸ ਤਰੀਕੇ ਨਾਲ ਮਨੁੱਖ ਨੂੰ ਵੀ ਸ਼੍ਰੇਣੀਬੱਧ ਕੀਤਾ ਗਿਆ। ਸਭ ਤੋਂ ਹੇਠਲੇ ਸਤਰ 'ਤੇ ਉਹ ਮਨੁੱਖ ਆਉਂਦੇ ਹਨ ਜਿਨ੍ਹਾਂ ਵਿੱਚ ਕੋਈ ਸਦਗੁਣ ਨਹੀਂ ਹੈ, ਕੋਈ ਜੀਵਨ ਮੁੱਲਿਆ ਨਹੀਂ ਹੈ। ਮਨੁੱਖ ਦੇ ਵਿਕਾਸ ਦੀ ਸਭ ਤੋਂ ਉਤਲੀ ਸ਼੍ਰੇਣੀ ਵਿੱਚ ਪੂਰੀ ਸੱਤਿਆ ਨਿਸ਼ਠਾ ਵਾਲੇ ਲੋਕ ਆਉਂਦੇ ਹਨ ਜੋ ਕਿਸੇ ਵੀ ਕੀਮਤ 'ਤੇ ਆਪਣੀ ਇਮਾਨਦਾਰੀ ਜਾਂ ਚਰਿੱਤਰ ਨਾਲ ਸਮਝੌਤਾ ਨਹੀਂ ਕਰਦੇ, ਚਾਹੇ ਉਹ ਕੀਮਤ ਆਰਥਿਕ ਨੁਕਸਾਨ, ਸਰੀਰਕ ਕਸ਼ਟ ਜਾਂ ਮ੍ਰਿਤਿੂ ਦਾ ਰਿਸਕ ਹੀ ਕਿਉਂ ਨਾ ਹੋਵੇ। ਜਾਰਜ ਵਾਸ਼ਿੰਗਟਨ ਆਪਦੀ ਇਮਾਨਦਾਰੀ ਲਈ ਮਸ਼ਹੂਰ ਸੀ। ਇੱਕ ਮੌਕੇ 'ਤੇ ਉਹਨਾਂ ਨੇ ਵੀ ਸਵੀਕਾਰ ਕੀਤਾ ਸੀ ਕਿ ਉਹਨਾਂ ਨੇ ਚੇਰੀ ਦਾ ਪੇੜ ਕੱਟਿਆ ਹੈ। ਦਾਰਸ਼ਨਿਕ ਫਰਾਂਸਿਸ ਫੂਕੂਯਾਮਾ ਨੇ ਆਪਦੀ ਕਿਤਾਬ ਦਾ ਸੋਸ਼ਲ ਵਰਚੂਜ਼ ਐਂਡ ਦਾ ਕ੍ਰੀਏਸ਼ਨ ਆਫ ਪ੍ਰੋਸਪੈਰਿਟੀ ਵਿੱਚ ਸਮਾਜ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੈ, ਉੱਚੇ ਵਿਸ਼ਵਾਸ ਵਾਲਾ ਸਮਾਜ ਅਤੇ ਘੱਟ ਵਿਸ਼ਵਾਸ ਵਾਲਾ ਸਮਾਜ। ਉਹ ਦੱਸਦੀ ਹੈ ਕਿ ਸਭ ਤੋਂ ਉੱਚੇ ਵਿਸ਼ਵਾਸ ਵਾਲੇ ਸਮਾਜ ਵਿੱਚ ਸੱਤਿਆ ਨਿਸ਼ਠਾ ਦੀ ਸਭ ਤੋਂ ਜ਼ਿਆਦਾ ਕਦਰ ਹੁੰਦੀ ਹੈ, ਸਭ ਤੋਂ ਜ਼ਿਆਦਾ ਸਨਮਾਨ ਅਤੇ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਇਹੋ ਜਿਹੇ ਸਮਾਜ ਵਿੱਚ ਕਾਨੂੰਨ ਦਾ ਸਭ ਤੋਂ ਜ਼ਿਆਦਾ ਪਾਲਣ ਹੁੰਦਾ ਹੈ। ਜੇਕਰ ਗੱਲ ਕਰੀਏ ਘੱਟ ਵਿਸ਼ਵਾਸ ਵਾਲੇ ਸਮਾਜ ਵਿੱਚ ਚੋਰੀ, ਬੇਈਮਾਨੀ ਅਤੇ ਭ੍ਰਸ਼ਟਾਚਾਰ ਦਾ ਜ਼ਿਆਦਾ ਅਸਰ ਰਹਿੰਦਾ ਹੈ। ਜਿੱਥੇ ਲੋਕਾਂ ਵਿੱਚ ਆਪਸੀ ਵਿਸ਼ਵਾਸ ਜ਼ਿਆਦਾ ਹੁੰਦਾ ਹੈ ਉੱਥੇ ਆਰਥਿਕ ਗਤੀਵਿਧੀਆਂ ਵੱਧਦੀਆਂ ਰਹਿੰਦੀਆਂ ਹਨ ਅਤੇ ਸਾਰਿਆਂ ਲਈ ਮੌਕੇ ਅਵੇਲੇਬਲ ਹੁੰਦੇ ਹਨ। ਦੂਜੇ ਪਾਸੇ ਜਿੱਥੇ ਘੱਟ ਵਿਸ਼ਵਾਸ ਹੁੰਦਾ ਹੈ ਉੱਥੇ ਚੋਰੀ ਅਤੇ ਭ੍ਰਸ਼ਟਾਚਾਰੀ ਤੋਂ ਬਚਣ ਦੇ ਪ੍ਰਯਾਸ 'ਚ ਆਰਥਿਕ ਰਿਸੋਰਸ ਬਰਬਾਦ ਹੁੰਦੇ ਹੈ ਜਾਂ ਅਵੇਲੇਬਲ ਹੀ ਨਹੀਂ ਹੁੰਦੇ। ਇਹ ਸੀ ਆਤਮ ਆਦਰਸ਼ ਦੀ ਗੱਲ। ਹੁਣ ਅਸੀਂ ਆਤਮ ਛਵੀ ਦੀ ਗੱਲ ਕਰਾਂਗੇ। ਆਤਮ ਛਵੀ ਤੋਂ ਭਾਵ ਤੁਹਾਡਾ ਅੰਦਰੂਨੀ ਸ਼ੀਸ਼ਾ ਜੋ ਕਿ ਤੁਹਾਡੇ ਵਿਅਕਤੀਤਵ ਦਾ ਦੂਜਾ ਹਿੱਸਾ ਹੈ। ਅਸੀਂ ਆਪਦੇ ਆਪ ਨੂੰ ਕਿਸ ਨਿਗਾਹ ਨਾਲ ਦੇਖਦੇ ਹਾਂ ਅਤੇ ਕਿਸੇ ਮਹੱਤਵਪੂਰਨ ਘਟਨਾ ਤੋਂ ਪਹਿਲਾਂ ਅਸੀਂ ਆਪਦੇ ਬਾਰੇ 'ਚ ਕੀ ਰਾਏ ਰੱਖਦੇ ਹਾਂ। ਲੋਕ ਹਮੇਸ਼ਾ ਬਾਹਰ ਉਹ ਜਿਹਾ ਵਿਵਹਾਰ ਕਰਦੇ ਹਨ ਜਿਹੋ ਜਿਹਾ ਉਹ ਖੁਦ ਨੂੰ ਅੰਦਰੋਂ ਵੇਖਦੇ ਹੈ। ਐਸੇ ਨੂੰ ਹੀ ਤੁਹਾਡਾ ਅੰਦਰੂਨੀ ਸ਼ੀਸ਼ਾ ਕਿਹਾ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਵਿਵਹਾਰ ਕਰਨ ਤੋਂ ਪਹਿਲਾਂ ਝਾਕਦੇ ਹੋ। ਆਤਮ ਸਨਮਾਨ, ਤੁਸੀਂ ਖੁਦ ਨੂੰ ਕਿੰਨਾ ਪਸੰਦ ਕਰਦੇ ਹੋ। ਤੁਹਾਡੇ ਵਿਅਕਤੀਤਵ ਦਾ ਤੀਜਾ ਹਿੱਸਾ ਆਤਮ ਸਨਮਾਨ ਹੈ। ਇਸ ਦਾ ਭਾਵ ਹੈ ਕਿ ਤੁਸੀਂ ਆਪਦੇ ਬਾਰੇ 'ਚ ਕਿਹੋ ਜਿਹਾ ਮਹਿਸੂਸ ਕਰਦੇ ਹੋ। ਇਹ ਤੁਹਾਡਾ ਭਾਵਨਾਤਮਕ ਕੇਂਦਰ ਹੈ। ਤੁਹਾਡਾ ਆਤਮ ਸਨਮਾਨ ਇਸ ਤਰ੍ਹਾਂ ਪਰਿਭਾਸ਼ਿਤ ਹੋਵੇਗਾ ਕਿ ਤੁਸੀਂ ਖੁਦ ਨੂੰ ਕਿੰਨਾ ਪਸੰਦ ਕਰਦੇ ਹੋ, ਲੇਕਿਨ ਇਹ ਉਸ ਤੋਂ ਵੀ ਵੱਧ ਕੇ ਹੈ। ਤੁਸੀਂ ਆਪਦੇ ਆਪ ਨੂੰ ਜਿੰਨਾ ਜ਼ਿਆਦਾ ਮੁੱਲਿਆਵਾਨ ਅਤੇ ਮਹੱਤਵਪੂਰਨ ਮੰਨਦੇ ਹੋ ਤੁਸੀਂ ਓਨੇ ਹੀ ਪੋਜ਼ਿਟਿਵ ਅਤੇ ਆਸ਼ਾਵਾਦੀ ਬਣਦੇ ਹੋ। ਜਦੋਂ ਤੁਸੀਂ ਖੁਦ ਨੂੰ ਸੱਚਮੁੱਚ ਮਹੱਤਵਪੂਰਨ ਅਤੇ ਯੋਗਿਆ ਮੰਨਦੇ ਹੋ ਤਾਂ ਤੁਸੀਂ ਦੂਜਿਆਂ ਦੇ ਨਾਲ ਵੀ ਸੇਮ ਵਿਵਹਾਰ ਕਰਦੇ ਹੋ ਜਿਵੇਂ ਉਹ ਵੀ ਮਹੱਤਵਪੂਰਨ ਹਨ। ਤੁਸੀਂ ਖੁਦ ਨੂੰ ਜਿੰਨਾ ਜ਼ਿਆਦਾ ਪਸੰਦ ਕਰਦੇ ਹੋ ਦੂਜਿਆਂ ਨੂੰ ਵੀ ਓਨਾ ਹੀ ਜ਼ਿਆਦਾ ਪਸੰਦ ਕਰਦੇ ਹੋ ਔਰ ਦੂਜੇ ਵੀ ਤੁਹਾਨੂੰ ਓਨਾ ਜ਼ਿਆਦਾ ਪਸੰਦ ਕਰਦੇ ਹਨ। ਚਰਿੱਤਰਵਾਨ ਤਰੀਕੇ ਨਾਲ ਤੁਸੀਂ ਆਪਦੇ ਸਭ ਤੋਂ ਵਧੀਆ ਜੀਵਨ ਮੂਲਿਆਂ ਦੇ ਤਾਲਮੇਲ 'ਚ ਕੰਮ ਕਰਕੇ ਆਪਣੇ ਜੀਵਨ ਨੂੰ ਬਹੁਤ ਵਧੀਆ ਬਣਾ ਸਕਦੇ ਹੋ। ਅਨੁਸ਼ਾਸਨ ਅਤੇ ਇੱਛਾ ਸ਼ਕਤੀ 'ਤੇ ਆਧਾਰਿਤ ਚਰਿੱਤਰ ਵਿਕਾਸ ਲਈ ਲੰਬੀ ਸੋਚ ਦਾ ਹੋਣਾ ਬੜਾ ਜ਼ਰੂਰੀ ਹੈ।
ਜਦੋਂ ਵੀ ਤੁਸੀਂ ਕੋਈ ਸਿਲੈਕਸ਼ਨ ਕਰੋ ਜਾਂ ਨਿਰਣੈ ਲਵੋ ਤਾਂ ਹਮੇਸ਼ਾ ਜਾਦੂਈ ਸਵਾਲ ਪੁੱਛੋ। ਇੱਥੇ ਮਹੱਤਵਪੂਰਨ ਕੀ ਹੈ? ਚਰਿੱਤਰ ਵਿਕਾਸ ਲਈ ਤੁਸੀਂ ਖੁਦ ਨੂੰ ਇਹ ਸਵਾਲ ਪੁੱਛੋ, ਇਹ ਸੰਸਾਰ ਕਿਹੋ ਜਿਹਾ ਹੋਏਗਾ ਅਗਰ ਇਹਦੇ ਵਿੱਚ ਰਹਿਣ ਵਾਲਾ ਹਰ ਮਨੁੱਖ ਮੇਰੇ ਜਿਹਾ ਹੋਏਗਾ। ਇੱਕ ਪੁਰਾਣੀ ਕਹਾਵਤ ਹੈ, ਮੇਰੇ ਦੋਨੋਂ ਸ਼ੋਲਡਰਸ 'ਤੇ ਦੋ ਭੇੜੀਏ ਬੈਠੇ ਹਨ। ਇੱਕ ਸ਼ੋਲਡਰ ਉੱਤੇ ਕਾਲਾ ਔਰ ਬੁਰਾ ਭੇੜੀਆ ਹੈ ਜੋ ਲਗਾਤਾਰ ਮੈਨੂੰ ਗਲਤ ਚੀਜ਼ਾਂ ਕਰਨ ਔਰ ਕਹਿਣ ਲਈ ਪ੍ਰੇਰਿਤ ਕਰਦਾ ਹੈ। ਦੂਜੇ ਸ਼ੋਲਡਰ ਉੱਤੇ ਸਫੇਦ ਔਰ ਅੱਛਾ ਭੇੜੀਆ ਹੈ ਜੋ ਮੈਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ। ਇੱਕ ਸਰੋਤਾ ਨੇ ਬਜ਼ੁਰਗ ਤੋਂ ਪੁੱਛਿਆ, ਇਹਨਾਂ ਵਿੱਚੋਂ ਕਿਸ ਭੇੜੀਏ ਦੀ ਤੁਹਾਡੇ ਉੱਤੇ ਜ਼ਿਆਦਾ ਪਕੜ ਹੁੰਦੀ ਹੈ? ਤਾਂ ਬਜ਼ੁਰਗ ਨੇ ਜਵਾਬ ਦਿੱਤਾ, ਜਿਹਨੂੰ ਮੈਂ ਜ਼ਿਆਦਾ ਖੁਰਾਕ ਦਿੰਦਾ ਹਾਂ। ਇਕਾਗਰਤਾ ਦੇ ਨਿਯਮ ਅਨੁਸਾਰ ਤੁਸੀਂ ਜਿਹੜੀ ਚੀਜ਼ 'ਤੇ ਜ਼ਿਆਦਾ ਵਿਚਾਰ ਕਰਦੇ ਹੋ ਉਹ ਵੱਧ ਜਾਂਦੀ ਹੈ। ਜਦੋਂ ਤੁਸੀਂ ਉਹਨਾਂ ਸਦਗੁਣਾਂ ਔਰ ਜੀਵਨ ਮੂਲਿਆਂ ਦੇ ਬਾਰੇ ਸੋਚਦੇ ਹੋ ਔਰ ਗੱਲ ਕਰਦੇ ਹੋ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਕਦਰ ਔਰ ਸਭ ਤੋਂ ਜ਼ਿਆਦਾ ਸਨਮਾਨ ਹੁੰਦਾ ਹੈ, ਤਾਂ ਤੁਸੀਂ ਆਪਣੇ ਅਵਚੇਤਨ 'ਚ ਉਹਨਾਂ ਦੀ ਓਨੀ ਜ਼ਿਆਦਾ ਗਹਿਰੀ ਪ੍ਰੋਗਰਾਮਿੰਗ ਕਰ ਲੈਂਦੇ ਹੋ। ਹਰ ਸਥਿਤੀ 'ਚ ਆਪਣੇ ਆਪ ਸਕਰੀय ਹੋਣ ਲੱਗ ਜਾਂਦੇ ਹੋ। ਦੋਸਤੋ, ਅਗਰ ਗੱਲ ਕਰੀਏ ਪ੍ਰੈਕਟਿਸ ਦੀ ਤਾਂ ਅਗੇਨ ਮੈਂ ਤੁਹਾਡੀ ਪ੍ਰੈਕਟਿਸ ਲਈ 7 ਕੁਐਸਚਨਸ ਦੀ PDF ਫਾਈਲ ਅਪਲੋਡ ਕਰਤੀ ਹੈ। ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉਸ ਦਾ ਲਿੰਕ ਹੈ, ਤੁਸੀਂ ਉਸ ਨੂੰ ਡਾਊਨਲੋਡ ਕਰ ਲਓ ਔਰ ਪ੍ਰੈਕਟਿਸ ਕਰਨ ਤੋਂ ਬਾਅਦ ਤੁਹਾਡਾ ਕੀ ਅਨੁਭਵ ਰਿਹਾ ਮੈਨੂੰ ਕਮੈਂਟਸ ਵਿੱਚ ਸ਼ੇਅਰ ਕਰਨਾ ਨਾ ਭੁੱਲਿਓ। ਸਾਡਾ ਸੈਕਿੰਡ ਚੈਪਟਰ ਇੱਥੇ ਹੀ ਖਤਮ ਹੁੰਦਾ ਹੈ। ਅਗਰ ਤੁਹਾਨੂੰ ਇਸ ਆਡੀਓ ਬੁੱਕ ਦੇ ਰਾਹੀਂ ਵੈਲਿਊ ਮਿਲੀ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਚੰਗਾ ਦੋਸਤੋ, ਆਪਾਂ ਮਿਲਦੇ ਹਾਂ ਨੈਕਸਟ ਪਾਰਟ 'ਚ। ਉਦੋਂ ਤੱਕ ਲਈ ਹੱਸਦੇ ਰਹੋ, ਵਸਦੇ ਰਹੋ।